सभं गुरप्रसाद दंडोत बंधन अनक बार सर्व कला समरथ डोलन ते रखो प्रभु नानक दे कर हथ डोलन ते रखो प्रभु नानक दे कर हथ। परम सन्मान योग गुरु रूप साध संगत जीओ, पावन पवित्र स्थान तखत श्री दमदमा साहब विछे आप सारे हाजरियां भर रहे हो। चल रही लड़ीवार श्री गुरु ग्रंथ साहब महाराज जी की पावन बाणी की विचार आप रोजाना सरवण करते हो। अज का पावन शब्द जो सतगुरां ने साड़ी झोली विच पाया है, भगत कबीर साहब जी की पवित्र बाणी दे विचों है। बाणी की विचार तुच्छ बुद्धि अनुसार आप जी के सन्मुख रख सकां, उस तो पहले 10वें पातशाह की बख्शिश की हुई पावन पवित्र फतेह सनिमर प्रवान करनी। वाहिगुरु जी का खालसा, वाहिगुरु जी की फतेह। शब्द है गौड़ी पूर्वी। कबीर साहब जी का उच्चारण किया होया शब्द सुरग बास न बाछिए, डरिए ना नरक निवास। होना है सो होई है, मन न कीजै आस। रामैया गुण गाइए, जाते पाइए परम निधान। रहाओ क्या जप क्या तप संजमो, क्या व्रत क्या स्नान। जब लग जुगत न जानिए, पाओ भगत भगवान। संपे देख न हरखिए, विपत देख न रोए। ज्यों संपै त्यों विपत है, बिद ने रचिया सो होए। कह कबीर अब जानिया, संतन हृदय मझार। सेवक सो सेवा भले, जै घट बसे मुरार। ये पावन शब्द भगत कबीर साहब जी का उच्चारण किया होया। इस विच भगत कबीर साहब जी ने जो विचार साडे सामने रखी है, सुरग बास ना बाछिए, डरिए ना नरक निवास। आदि काल तो स्वर्ग ते नरक की विचार चलती रही है। स्वर्ग है, नरक है। कबीर साहब जी इत्थे कहते हैं कि स्वर्ग दे लालच करके सिमरन ना करे ते नरक कोलों डरे ना, क्योंकि कौन संत कौन स्वर्ग क्या नरक विचारा, संतन दऊ राधे। जिहड़े संत ने उन्होंने ना स्वर्ग चाहिए ते ना नरक चाहिए है। सनातन मत नूं अगर असीं देखिए तो उन्हां दी विचार इत्थे ही खड़ी है
ਧਾਰਮਿਕ ਕਰਮ ਕਰੋਗੇ ਤੇ ਸਵਰਗ ਦੀ ਪ੍ਰਾਪਤੀ ਹੋਵੇਗੀ, ਨਹੀਂ ਕਰੋਗੇ ਤੇ ਫਿਰ ਨਰਕ ਦੀ ਪ੍ਰਾਪਤੀ ਹੋਣੀ ਹੈ। ਇਸਲਾਮ ਨੂੰ ਵੀ ਅਗਰ ਅਸੀਂ ਦੇਖੀਏ ਤਾਂ ਉਹ ਵੀ ਕਥਾ ਵਿਚਾਰਾਂ ਇਹੀ ਕਰਦੇ ਪਏ ਨੇ। ਚੰਗੇ ਕਰਮ ਕਰੋਗੇ, ਧਰਮ ਤੇ ਈਮਾਨ ਲਿਆਓਗੇ, ਜੰਨਤ ਦੀ ਪ੍ਰਾਪਤੀ ਹੋਵੇਗੀ। ਜਿਹੜੀਆਂ ਕਬਰਾਂ ਦੇ ਵਿੱਚ ਰੂਹਾਂ ਬੈਠੀਆਂ ਨੇ, ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਜੋ ਉਹਨਾਂ ਦੇ ਪੈਗੰਬਰ ਹੋਏ ਨੇ ਆਖਰੀ, ਕਯਾਮਤ ਵਾਲੇ ਦਿਨ ਉਹ ਉੱਠਣਗੇ, ਗਵਾਹੀ ਦੇਣਗੇ ਤੇ ਤੁਹਾਨੂੰ ਜੰਨਤ ਨਸੀਬ ਹੋਵੇਗੀ। ਇਸ ਤਰ੍ਹਾਂ ਕਹਿ ਲਓ ਕਿ ਇੱਕ ਲਾਲਚ ਦਿੱਤਾ ਗਿਆ ਹੈ, ਚੰਗੇ ਕਰਮ ਕਰੋ ਸਵਰਗ ਦੀ ਪ੍ਰਾਪਤੀ ਹੋਏਗੀ, ਨਹੀਂ ਕਰੋਗੇ ਨਰਕ ਦੀ ਪ੍ਰਾਪਤੀ ਹੋਵੇਗੀ। ਲੇਕਿਨ ਵਾਸਤਵ ਦੇ ਵਿੱਚ, ਅਸਲ ਦੇ ਵਿੱਚ ਸਵਰਗ ਕੀ ਹੈ ਤੇ ਨਰਕ ਕੀ ਹੈ? ਮੇਰੇ ਉਸਤਾਦ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਜੋ ਸਵਰਗ ਦੇ ਅਰਥ ਕਰਦੇ ਸਨ, ਸਵਰਗ ਸਵੈ ਵਰਗ, ਸਵੈ ਦਾ ਮਤਲਬ ਹੈ ਮੈਂ, ਵਰਗ ਜੈਸਾ ਮੈਨੂੰ ਚਾਹੀਦਾ ਅਗਰ ਮਿਲ ਜਾਏ ਤੇ ਉਹ ਸਵਰਗ ਹੈ, ਨਹੀਂ ਮਿਲਿਆ ਤਾਂ ਇਹੀ ਨਰਕ ਹੈ। ਮਸਕੀਨ ਜੀ ਕਿਆ ਕਰਦੇ ਸਨ ਕਿ ਸਵਰਗ ਨਰਕ ਕਿਧਰੇ ਹੋਰ ਨਾ ਸਮਝ ਲੈਣਾ ਵੀ ਆਕਾਸ਼ ਦੇ ਵਿੱਚ ਕੋਈ ਸਵਰਗ ਹੈ ਕੋਈ ਨਰਕ ਹੈ, ਐਸਾ ਕੁਝ ਵੀ ਨਹੀਂ ਹੈ। ਇਸ ਧਰਤੀ ਦੇ ਉੱਤੇ ਸਵਰਗ ਵੀ ਇੱਥੇ ਹੀ ਹੈ ਤੇ ਨਰਕ ਵੀ ਇੱਥੇ ਹੀ ਹੈ। ਵੇਖੋ ਕੈਸੀ ਵਿਡੰਬਨਾ ਹੈ, ਬੰਦਾ ਆਖਦਾ ਮੈਂ ਮਰ ਕੇ ਸਵਰਗ ਵਿੱਚ ਜਾਣਾ ਹੈ, ਤੂੰ ਜਿਉਂਦਾ ਕਿਉਂ ਨਹੀਂ ਸਵਰਗ ਵਿੱਚ ਜਾਂਦਾ? ਯਾਨੀ ਜਿੱਥੇ ਮਨੁੱਖ ਜਿਉਂਦਾ ਹੈ ਉੱਥੇ ਨਰਕ ਹੈ, ਮਰ ਕੇ ਸਵਰਗ ਵਿੱਚ ਜਾਣਾ ਹੈ। ਗੁਰਬਾਣੀ ਇਸ ਨੂੰ ਨਹੀਂ ਮੰਨਦੀ ਹੈ, ਗੁਰਬਾਣੀ ਨਹੀਂ ਮੰਨਦੀ ਹੈ। ਸਵੈ ਵਰਗ ਜੈਸਾ ਮੈਨੂੰ ਚਾਹੀਦਾ ਅਗਰ ਮਿਲ ਗਿਆ ਤੇ ਸਵਰਗ ਹੈ, ਨਹੀਂ ਮਿਲਿਆ ਤੇ ਨਰਕ ਹੈ। ਬਸ ਇਸ ਤਰ੍ਹਾਂ ਸਮਝ ਲੈਣਾ। ਵੇਖੋ ਕਈ ਬੱਚਿਆਂ ਦਾ ਜਨਮ ਹੁੰਦਾ ਹੈ, ਜਨਮ ਤੋਂ ਹੀ ਕਿਸੇ ਰਾਜੇ ਦੇ ਘਰ ਵਿੱਚ ਜਨਮ ਲਿਆ, ਨੌਕਰ ਚਾਕਰ, ਧਨ ਦੌਲਤ, ਵੱਡੇ ਵੱਡੇ ਮਹਿਲ, ਸੋਹਣੇ ਬਸਤਰ, ਸੋਨਾ ਚਾਂਦੀ, ਹੀਰੇ ਮੋਤੀ, ਕਿਸੇ ਸੁੱਖ ਦੀ ਕਮੀ ਨਹੀਂ ਹੈ। ਇਹ ਜਨਮ ਤੋਂ ਸਵਰਗ ਵਿੱਚ ਹੈ। ਇੱਕ ਬੱਚੇ ਦਾ ਜਨਮ ਹੁੰਦਾ ਹੈ, ਸੜਕਾਂ ਦੇ ਕਿਨਾਰੇ ਤੇ ਤੁਸੀਂ ਦੇਖਦੇ ਹੋ, ਗੁਸਤਾਖੀ ਮਾਫ, ਕਈ ਗਰੀਬ ਪਰਿਵਾਰ ਸੜਕਾਂ ਦੇ ਕਿਨਾਰੇ ਤੇ ਰਹਿੰਦੇ ਨੇ। ਬੱਚੇ ਦਾ ਜਨਮ ਹੋਇਆ ਸੜਕ ਤੇ, ਮਾਂ ਸਾਰਾ ਦਿਨ ਭੀਖ ਮੰਗ ਕੇ ਜੋ ਰੋਟੀ ਲੈਂਦੀ ਹੈ ਉਹ ਖਾਂਦੀ ਹੈ। ਉਸ ਮੰਗੇ ਹੋਏ ਭੋਜਨ ਦੇ ਨਾਲ ਉਹਦੇ ਸਰੀਰ ਵਿੱਚ ਦੁੱਧ ਬਣਦਾ ਹੈ, ਉਸ ਦੁੱਧ ਨੂੰ ਉਹ ਬੱਚਾ ਪੀਂਦਾ ਹੈ। ਨਾ ਕੋਲ ਧਨ ਹੈ, ਨਾ ਰਹਿਣ ਵਾਸਤੇ ਕੋਈ ਚੰਗਾ ਮਕਾਨ ਹੈ, ਨਾ ਕੋਈ ਸੁੱਖ ਸੁਵਿਧਾਵਾਂ ਨੇ, ਕੁਝ ਵੀ ਨਹੀਂ ਹੈ। ਇਹ ਬੱਚਾ ਜਨਮ ਤੋਂ ਹੀ ਨਰਕ ਦੇ ਵਿੱਚ ਹੈ, ਜਨਮ ਤੋਂ ਹੀ ਨਰਕ ਵਿੱਚ ਹੈ। ਹੋਰ ਕਿਹੜਾ ਸਵਰਗ ਤੇ ਨਰਕ ਅਸੀਂ ਲੱਭਣਾ ਹੈ? ਜੋ ਸੁੱਖ ਵਿੱਚ ਹੈ ਉਹ ਸਵਰਗ ਵਿੱਚ ਹੈ, ਜੋ ਦੁੱਖ ਵਿੱਚ ਹੈ ਉਹ ਨਰਕ ਵਿੱਚ ਹੈ। ਜੈਸਾ ਪਰਿਵਾਰ ਚਾਹੀਦਾ ਵੇ ਅਗਰ ਮਿਲ ਗਿਆ ਤਾਂ ਸਵਰਗ ਹੈ, ਜੈਸਾ ਭਰਾ ਚਾਹੀਦਾ ਸੀ ਮਿਲ ਗਿਆ ਤਾਂ ਸਵਰਗ ਹੈ, ਜੈਸੀ ਔਲਾਦ ਚਾਹੀਦੀ ਸੀ ਮਿਲ ਗਈ ਹੈ ਤਾਂ ਸਵਰਗ ਹੈ। ਕਈ ਲੋਕ ਐਸੇ ਮਿਲਦੇ ਨੇ ਜਿਹੜੇ ਕਹਿ ਦਿੰਦੇ ਨੇ ਗਿਆਨੀ ਜੀ ਘਰ ਕਾਹਦਾ ਹੈ ਤੇ ਨਰਕ ਹੀ ਹੈ, ਨਿਰਾ ਕੁਝ ਵੀ ਨਹੀਂ ਹੈ, ਕੁਝ ਵੀ ਨਹੀਂ ਹੈ। ਚਾਣਕ ਨੇ ਸਵਰਗ ਦੀਆਂ 4 ਨਿਸ਼ਾਨੀਆਂ ਲਿਖੀਆਂ, 4 ਨਿਸ਼ਾਨੀਆਂ। ਕਹਿੰਦੇ ਆਗਿਆਕਾਰੀ ਪੁੱਤਰ ਹੋਏ, ਅਰਮਿਠ ਬੋਲੀ ਨਾਰ,
ਧਨ ਆਪਣਾ ਸੰਤੋਖ ਮਨ ਸੁਰਗ ਨਿਸ਼ਾਨੀ ਚਾਰ। ਕਹਿੰਦੇ ਜਿਸ ਬੰਦੇ ਦੇ ਕੋਲ ਇਹ ਚਾਰ ਚੀਜ਼ਾਂ ਨੇ ਨਾ, ਕਿ ਆਗਿਆਕਾਰੀ ਪੁੱਤਰ ਹੋਏ, ਜਿਹਦੇ ਘਰ ਦੇ ਵਿੱਚ ਮਾਤਾ ਪਿਤਾ ਦੀ ਆਗਿਆ ਮੰਨਣ ਵਾਲੀ ਔਲਾਦ ਹੋਵੇ, ਚਾਣਕ ਕਹਿੰਦਾ ਇਹ ਸਵਰਗ ਦੀ ਪਹਿਲੀ ਨਿਸ਼ਾਨੀ ਹੈ। ਤੇ ਜੇ ਕਿਧਰੇ ਔਲਾਦ ਕਹਿਣਾ ਮੰਨਣ ਵਾਲੀ ਨਾ ਹੋਵੇ, ਮਾਤਾ ਪਿਤਾ ਨੂੰ ਵਕਤ ਪਾਇਆ ਹੋਵੇ, ਜਿਹੜੀ ਥੋੜ੍ਹੀ ਬਹੁਤੀ ਇੱਜ਼ਤ ਬਣਾਈ ਹੈ ਸਮਾਜ ਦੇ ਵਿੱਚ, ਪਰਿਵਾਰ ਦੇ ਵਿੱਚ, ਉਹਨੂੰ ਵੀ ਮਿੱਟੀ ਦੇ ਵਿੱਚ ਮਿਲਾ ਦੇਵੇ, ਬੰਦਾ ਆਖਦਾ ਕਾਹਦੀ ਔਲਾਦ ਹੈ, ਤੇ ਨਿਰਾ ਭੂਤ ਹੀ ਹੈ, ਤਾਂ ਜ਼ਿੰਦਗੀ ਨਰਕ ਬਣਾ ਦਿੱਤੀ ਸਾਡੀ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਹੋਵੇ ਸਰਵਨ ਵਿਰਲਾ ਕੋਈ ਵਿਰਲਾ ਹੀ ਸਰਵਣ ਪੁੱਤਰ ਹੁੰਦਾ ਹੈ ਜੋ ਆਪਣੇ ਮਾਤਾ ਪਿਤਾ ਦੀ ਆਗਿਆ ਮੰਨਦਾ ਹੈ। ਆਗਿਆਕਾਰੀ ਪੁੱਤਰ ਹੋਏ ਅਰ ਮਿੱਠ ਬੋਲੀ ਨਾਰ। ਤੇ ਜਿਹੜੀ ਉਹਦੀ ਪਤਨੀ ਹੋਵੇ ਉਹ ਆਗਿਆ ਮੰਨਣ ਵਾਲੀ ਤੇ ਮਿੱਠ ਬੋਲੜੀ ਹੋਵੇ। ਜਦੋਂ ਵੀ ਉਸ ਦੀ ਰਸਨਾ ਤੋਂ ਕੋਈ ਬੋਲ ਨਿਕਲਣ ਨਾ, ਤੇ ਇੰਜ ਲੱਗੇ ਵੀ ਜਿਵੇਂ ਮਿਠਾਸ ਘੁਲ ਗਈ ਹੈ, ਮਿੱਠਾ ਬੋਲਣ ਵਾਲੀ। ਪਰ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਵੀ ਘਰਾਂ ਦੇ ਵਿੱਚ ਲੜਾਈ ਜਿਤਨੀ ਪਤੀ ਪਤਨੀ ਦੇ ਵਿੱਚ ਹੈ ਨਾ, ਉਤਨੀ ਕਿਸੇ ਹੋਰ ਦੇ ਵਿੱਚ ਨਹੀਂ ਹੈ। ਅਦਾਲਤਾਂ ਦੇ ਵਿੱਚ ਵੀ ਅੱਜ ਸਭ ਤੋਂ ਜ਼ਿਆਦਾ ਜਿਹੜੇ ਕੇਸ ਚੱਲਦੇ ਪਏ ਨੇ, ਉਹ ਤਲਾਕ ਦੇ ਚੱਲਦੇ ਪਏ ਨੇ, ਇਸਤਰੀ ਪੁਰਸ਼ ਦੇ ਚੱਲਦੇ ਪਏ ਨੇ। ਕਿਉਂ? ਇੱਕ ਦੂਜੇ ਦਾ ਸਤਿਕਾਰ ਨਹੀਂ ਕਰਦੇ। ਔਰ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਰਜ ਵੀ ਨਹੀਂ ਹੈ, ਕਿਧਰੇ ਐਸਾ ਨਾ ਸਮਝ ਲੈਣਾ ਕਿ ਮੈਂ ਇਹ ਕਹਿ ਰਿਹਾ ਕਿ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਚਾਹੀਦਾ ਹੈ। ਅੱਜ ਜਿਤਨੇ ਬੱਚੇ ਪੜ੍ਹਦੇ ਲਿਖਦੇ ਜਾ ਰਹੇ ਹਨ, ਉਤਨੇ ਮੂਰਖ ਹੁੰਦੇ ਜਾਂਦੇ ਨੇ। ਐਵੇਂ ਨਹੀਂ ਸਤਿਗੁਰਾਂ ਨੇ ਕਹਿ ਦਿੱਤਾ ਕਿ ਪੜ੍ਹਿਆ ਮੂਰਖ ਆਖੀਏ, ਜਿਤ ਲੱਭ ਲੋਭ ਅਹੰਕਾਰ। ਪੜ੍ਹਾਈ ਕਰ ਕਰਕੇ ਬੱਚਿਆਂ ਨੂੰ ਸਮਝ ਆਉਣੀ ਚਾਹੀਦੀ ਸੀ ਕਿ ਰਿਸ਼ਤਿਆਂ ਦੀ ਕਦਰ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਮਾਂ ਦਾ ਸਤਿਕਾਰ ਕਿਵੇਂ ਕਰਨਾ ਹੈ, ਪਿਓ ਦਾ ਸਤਿਕਾਰ ਕਿਵੇਂ ਕਰਨਾ ਹੈ, ਪਤਨੀ ਦਾ ਸਤਿਕਾਰ ਕਿਵੇਂ ਕਰਨਾ ਹੈ, ਪਤਨੀ ਨੂੰ ਚਾਹੀਦਾ ਸੀ ਪਤੀ ਦਾ ਸਤਿਕਾਰ ਕਿਵੇਂ ਕਰਨਾ ਹੈ, ਸੱਸ ਸਹੁਰੇ ਦਾ ਸਤਿਕਾਰ ਕਿਵੇਂ ਕਰਨਾ ਹੈ, ਸਮਾਜ ਦੇ ਵਿੱਚ ਰਹਿਣਾ ਕਿਸ ਤਰ੍ਹਾਂ ਹੈ। ਪੜ੍ਹ ਲਿਖ ਕੇ ਹੰਕਾਰ ਇਤਨਾ ਵੱਧ ਜਾਂਦਾ ਹੈ, ਇੱਕ ਦੂਜੇ ਦਾ ਸਤਿਕਾਰ ਭੁੱਲ ਜਾਂਦੇ ਨੇ। ਇਹੀ ਕਾਰਨ ਹੈ ਘਰਾਂ ਦੇ ਵਿੱਚ ਲੜਾਈਆਂ ਝਗੜੇ ਹਨ, ਇੱਕ ਦੂਜੇ ਨਾਲ ਬਣਦੀ ਨਹੀਂ ਹੈ। ਪੜ੍ਹ ਲਿਖ ਕੇ ਹੋਣਾ ਤੇ ਇਹ ਚਾਹੀਦਾ ਸੀ ਨਾ ਵੀ ਜ਼ਿੰਦਗੀ ਦੀ ਸਮਝ ਆ ਜਾਂਦੀ ਸਾਨੂੰ, ਕਿਵੇਂ ਜੀਵਨ ਜਿਉਣਾ ਹੈ। ਪੜ੍ਹ ਕੇ ਅਸੀਂ ਮੂਰਖਤਾ ਹਾਸਿਲ ਕੀਤੀ ਹੈ, ਹੋਰ ਕੁਝ ਵੀ ਹਾਸਿਲ ਨਹੀਂ ਕੀਤਾ। ਇੱਕ ਦੂਜੇ ਦੇ ਨਾਲ ਸੰਬੰਧ ਜੁੜਦਾ ਨਹੀਂ ਹੈ। ਪੰਜਾਬੀ ਦੀ ਇੱਕ ਕਹਾਵਤ ਹੈ, ਕਹਿੰਦੇ ਨੇ ਜਿਸ ਘਰ ਦੇ ਵਿੱਚ ਪਤੀ ਪਤਨੀ ਦਾ ਜੋੜ ਨਹੀਂ, ਉਸ ਘਰ ਦੇ ਵਿੱਚ ਕਿਸੇ ਹੋਰ ਨਰਕ ਦੀ ਲੋੜ ਨਹੀਂ ਹੈ। ਹੋਰ ਕਿਹੜਾ ਨਰਕ ਵੇਖਣਾ ਹੈ ਅਸੀਂ? ਘਰ ਦੇ ਵਿੱਚ ਪਤੀ ਪਤਨੀ ਦੇ ਵਿੱਚ ਰਾਤ ਦਿਨ ਕਲਾ ਕਲੇਸ਼ ਲੜਾਈ ਝਗੜੇ, ਸਾਰੇ ਘਰ ਨੂੰ ਵਕਤ ਪਾਇਆ ਹੁੰਦਾ ਵੇ। ਘਰ ਕਾਹਦਾ ਹੋਇਆ ਹੈ ਕਿ ਕਲੇਸ਼ ਦਾ ਅਖਾੜਾ ਬਣ ਗਿਆ ਹੈ, ਤੇ ਇਹੀ ਨਰਕ ਬਣ ਗਿਆ। ਉਸ ਘਰ ਦੇ ਵਿੱਚ ਕਿਸੇ ਹੋਰ ਨਰਕ ਦੀ ਲੋੜ ਨਹੀਂ ਹੈ। ਪੁਰਾਣਾ ਜਿਹੜਾ ਜ਼ਮਾਨਾ ਸੀ ਨਾ, ਉਸ ਵਕਤ ਪੁਰਸ਼ ਇਸਤਰੀ ਨੂੰ ਦੇਵੀ ਕਰਕੇ ਬੁਲਾਉਂਦਾ ਸੀ। ਪਤੀ ਪਤਨੀ ਆਪਸ ਦੇ ਵਿੱਚ, ਪਤੀ ਆਪਣੀ ਪਤਨੀ ਨੂੰ ਦੇਵੀ ਕਰਕੇ ਬੁਲਾਉਂਦਾ ਸੀ, ਤੇ ਜਿਹੜੀ ਪਤਨੀ ਹੈ ਘਰ ਵਾਲੀ ਹੈ, ਉਹ ਆਪਣੇ ਪਤੀ ਨੂੰ ਦੇਵਤਾ ਕਰਕੇ ਬੁਲਾਉਂਦੀ ਸੀ। ਕਿਉਂ? ਘਰ ਸਵਰਗ ਬਣ ਜਾਂਦਾ ਸੀ। ਜਦੋਂ ਦੋਨੋਂ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਦੇ ਸਨ, ਘਰ ਘਰ ਨਹੀਂ ਸੀ ਰਹਿ ਜਾਂਦਾ, ਘਰ ਦੇ ਇਹ ਸਵਰਗ ਬਣ ਜਾਂਦਾ ਸੀ। ਤੇ ਸਵਰਗ ਦੇ ਵਿੱਚ ਫਿਰ ਦੇਵਤੇ ਪੈਦਾ ਹੁੰਦੇ ਸਨ। ਜਿਹੜੇ ਉਹਨਾਂ ਦੇ ਬੱਚੇ ਪੈਦਾ ਹੁੰਦੇ ਸਨ,
ਉਹ ਫਿਰ ਲਾਇਕ ਪੈਦਾ ਹੁੰਦੇ ਸਨ, ਨਾਲਾਇਕ ਨਹੀਂ ਸਨ ਹੁੰਦੇ ਉਹ। ਤੇ ਜੇ ਘਰ ਨਰਕ ਬਣਿਆ ਹੋਵੇ ਤੇ ਨਰਕ ਦੇ ਫਿਰ ਰਾਖਸ਼ੀ ਪੈਦਾ ਹੋਣੇ ਨੇ, ਭੂਤ ਪੈਦਾ ਹੋਣੇ ਨੇ, ਜਿੰਨ ਪੈਦਾ ਹੋਣੇ ਨੇ। ਗੁਰੂ ਨਾਨਕ ਸਾਹਿਬ ਨੇ ਕਿਹਾ ਨਾ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੋਰਾ ਧੀ ਜਨੋਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਇੱਕ ਦੂਜੇ ਦੇ ਨਾਲ ਮਿਲ ਕੇ ਨਹੀਂ ਚੱਲਦੇ, ਇੱਕ ਦੂਜੇ ਦਾ ਸਤਿਕਾਰ ਨਹੀਂ ਕਰਦੇ ਹਨ, ਘਰ ਹੀ ਨਰਕ ਬਣ ਜਾਂਦਾ ਹੈ, ਹੋਰ ਕੁਝ ਨਹੀਂ ਹੁੰਦਾ ਹੈ, ਹੋਰ ਕੋਈ ਸਵਰਗ ਨਹੀਂ ਹੈ। ਆਗਿਆਕਾਰੀ ਪਤਨੀ ਹੋਵੇ, ਇਹ ਸਵਰਗ ਦੀ ਦੂਸਰੀ ਨਿਸ਼ਾਨੀ ਹੈ। ਤੀਸਰਾ ਕਹਿੰਦਾ ਫਿਰ ਮਨ ਜਿਹੜਾ ਹੈ ਨਾ, ਉਹ ਸੰਤੋਖ ਦੇ ਵਿੱਚ ਹੋਵੇ। ਧਨ ਆਪਣਾ ਸੰਤੋਖ ਮਨ। ਜਿਹੜਾ ਕੋਲ ਧਨ ਹੈ ਉਹ ਧਨ ਆਪਣਾ ਹੋਵੇ, ਕਿਸੇ ਹੋਰ ਦਾ ਨਾ ਹੋਵੇ, ਉਧਾਰੀ ਦਾ ਨਾ ਹੋਵੇ। ਉਹ ਨਾ ਹੋਵੇ ਵੀ ਉਧਾਰ ਲੈ ਕੇ, ਲੋਨ ਚੁੱਕ ਕੇ ਬੈਂਕਾਂ ਕੋਲੋਂ ਗੱਡੀਆਂ ਲੈ ਲਵੇ, ਐਸ਼ਾਂ ਕਰਦਾ ਫਿਰੇ, ਬਾਅਦ ਵਿੱਚ ਫਿਰ ਘਰ ਵੇਚ ਕੇ ਤੇ ਚੁਕਾਣਾ ਪਵੇ। ਨਰਕ ਦੀ ਨਿਸ਼ਾਨੀ ਹੈ ਨਾ। ਧਨ ਆਪਣਾ ਸੰਤੋਖ ਮਨ। ਮਨ ਸੰਤੋਖ ਦੇ ਵਿੱਚ ਹੋਵੇ। ਜੋ ਕੁਝ ਦਿੱਤਾ ਹੈ ਪ੍ਰਮਾਤਮਾ ਨੇ, ਜਿਤਨਾ ਦਿੱਤਾ ਹੈ, ਹੇ ਪ੍ਰਮਾਤਮਾ ਤੇਰਾ ਸ਼ੁਕਰ ਹੈ। ਕਹਿੰਦੇ ਨੇ ਚਾਰ ਚੀਜ਼ਾਂ ਜਿਸ ਬੰਦੇ ਦੇ ਕੋਲ ਹੋਣ, ਉਹ ਬੰਦਾ ਜਿਉਂਦੇ ਜੀ ਸਵਰਗ ਦੇ ਵਿੱਚ ਹੈ। ਉਹ ਹੋਰ ਕੋਈ ਸਵਰਗ ਨਹੀਂ ਹੈ। ਆਪਾਂ ਦੀਵਾਲੀ ਦੇ ਦਿਨਾਂ ਵਿੱਚ ਦੇਖਦੇ ਹਾਂ ਨਾ, ਬਾਜ਼ਾਰਾਂ ਦੇ ਵਿੱਚ ਕਈ ਕੈਲੰਡਰ ਮਿਲਦੇ ਨੇ, ਤੁਸੀਂ ਵੀ ਸ਼ਾਇਦ ਦੇਖੇ ਹੋਣੇ ਬਾਜ਼ਾਰਾਂ ਵਿੱਚ। ਜਿਨ੍ਹਾਂ ਕੋਲੋਂ ਆਪਣੇ ਘਰ ਦਾ ਨਕਸ਼ਾ ਨਹੀਂ ਬਣਦਾ, ਉਹ ਸਵਰਗ ਨਰਕ ਦੇ ਨਕਸ਼ੇ ਬਣਾ ਕੇ ਤੇ ਵੇਚਦੇ ਪੈਣ ਬਾਜ਼ਾਰਾਂ ਵਿੱਚ। ਆਪਣੇ ਘਰ ਦਾ ਨਕਸ਼ਾ ਬਣਾਉਣਾ ਹੋਵੇ ਤੇ ਇੰਜੀਨੀਅਰ ਨੂੰ ਬੁਲਾਉਣਾ ਪੈਂਦਾ, ਤੇ ਸਵਰਗ ਨਰਕ ਦੇ ਨਕਸ਼ੇ ਬਣਾ ਕੇ ਤੇ ਵੇਚਦੇ ਪਏ ਨੇ। ਔਰ ਉਹਨਾਂ ਵਿੱਚ ਤਸਵੀਰਾਂ ਦੇਖੋ ਤੁਸੀਂ, ਬੰਦੇ ਨੂੰ ਪੁੱਠਾ ਲਟਕਾਇਆ ਹੋਇਆ, ਥੱਲੇ ਅੱਗ ਬਾਲੀ ਹੋਈ ਹੈ, ਕੜਾਹੇ ਦੇ ਵਿੱਚ ਉਸ ਨੂੰ ਤਲਦੇ ਪਏ ਨੇ, ਕਿਧਰੇ ਉਸਦੇ ਹੱਥ ਵੱਢੇ ਜਾ ਰਹੇ ਨੇ, ਕਿਧਰੇ ਕੋਈ ਤਸੀਹੇ ਦਿੱਤੇ ਜਾ ਰਹੇ ਨੇ, ਕਿਧਰੇ ਕੁਛ ਦਿੱਤੇ ਜਾ ਰਹੇ ਨੇ। ਮੈਂ ਕਈ ਵਾਰ ਸੋਚਣਾ ਕਿ ਇਹ ਬੰਦਾ ਹੈ ਜਾਂ ਕੋਈ ਬ੍ਰੈਡ ਪਕੌੜਾ ਜੋ ਇਹਨੂੰ ਤਲਿਆ ਜਾ ਰਿਹਾ। ਐਸਾ ਕੋਈ ਸਵਰਗ ਨਹੀਂ ਹੈ। ਜੋ ਕੁਝ ਵੀ ਹੈ ਉਹ ਇਸ ਧਰਤੀ ਦੇ ਉੱਤੇ ਹੈ। ਸਵੈ ਵਰਗ ਜੋ ਮੈਨੂੰ ਚਾਹੀਦਾ, ਅਗਰ ਮਿਲ ਗਿਆ ਤੇ ਸਮਝੋ ਮੈਂ ਸਵਰਗ ਦੇ ਵਿੱਚ ਹਾਂ। ਅਗਰ ਨਹੀਂ ਮਿਲਿਆ, ਉਹ ਬੰਦਾ ਨਰਕ ਦੇ ਵਿੱਚ ਹੈ। ਨਰਕ ਦਾ ਮਤਲਬ ਕੀ ਹੈ? ਦੁੱਖ। ਕਈ ਬੰਦੇ ਰੋਂਦੇ ਪਏ ਨੇ, ਕੁਰਲਾਉਂਦੇ ਪਏ ਨੇ, ਮਕਾਨ ਚਾਹੀਦਾ ਨਹੀਂ ਮਿਲਿਆ, ਨਰਕ ਵਿੱਚ ਹੈ। ਧਨ ਚਾਹੀਦਾ ਨਹੀਂ ਮਿਲਿਆ, ਨਰਕ ਵਿੱਚ ਹੈ ਬੰਦਾ। ਜੋ ਕੁਛ ਮੈਨੂੰ ਚਾਹੀਦਾ ਅਗਰ ਮਿਲ ਗਿਆ ਤਾਂ ਮੈਂ ਸਵਰਗ ਵਿੱਚ ਹਾਂ, ਨਹੀਂ ਮਿਲਿਆ ਤਾਂ ਫਿਰ ਨਰਕ ਹੈ। ਭਗਤ ਕਬੀਰ ਸਾਹਿਬ ਜੀ ਇੱਥੇ ਬਖਸ਼ਿਸ਼ ਕਰ ਰਹੇ ਹਨ ਕਿ ਸਵਰਗ ਦੇ ਵਿੱਚ ਵਾਸਾ ਕਰਨ ਦੀ ਆਸ ਕਰਕੇ ਕਿਧਰੇ ਪਰਮੇਸ਼ਰ ਦਾ ਸਿਮਰਨ ਨਾ ਕਰੀ ਤੂੰ। ਕਿਧਰੇ ਇਸ ਲਾਲਚ ਦੇ ਵਿੱਚ, ਵੇਖੋ ਅਸੀਂ ਪਾਠ ਵੀ ਕਰਨੇ ਆ ਨਾ, ਅਗਰ ਸਾਡੇ ਅੰਦਰ ਕੋਈ ਨਾ ਕੋਈ ਲਾਲਚ ਆਉਂਦਾ, ਮੈਂ ਇਤਨੇ ਪਾਠ ਕਰਾਂ ਤਾਂ ਮੈਨੂੰ ਇਹ ਚੀਜ਼ ਮਿਲ ਜਾਵੇ, ਇਤਨਾ ਮੈਂ ਸਿਮਰਨ ਕਰਾਂ ਤਾਂ ਮੈਨੂੰ ਇਹ ਚੀਜ਼ ਮਿਲ ਜਾਵੇ। ਮੈਂ ਕਈ ਵਾਰੀ ਦੇਖਦਾ ਹਾਂ ਕਿ ਅੰਮ੍ਰਿਤ ਵੇਲੇ 4 ਵਜੇ ਉੱਠ ਕੇ ਇਸ਼ਨਾਨ ਕਰਕੇ ਨੰਗੇ ਪੈਰੀ ਲੋਕੀ 40 ਦਿਨ ਗੁਰਦੁਆਰੇ ਜਾਂਦੇ ਨੇ, 40 ਦਿਨ ਪਾਠ ਕਰਦੇ ਨੇ, 40 ਦਿਨ ਸਿਮਰਨ ਕਰਦੇ ਨੇ। ਪਤਾ ਨਹੀਂ ਕਿੰਨੇ ਮਰਿਆਦਾ ਬਣਾ ਦਿੱਤੀ ਹੈ। ਤਾਂ ਕਿਆ ਰੋਟੀ 40 ਦਿਨ ਖਾਵਾਂਗੇ ਅਸੀਂ, ਪਾਣੀ 40 ਦਿਨ ਪੀਣਾ ਵੇ, ਸਵਾਸ 40 ਦਿਨ ਲੈਣੇ ਨੇ? ਪਰ ਨਹੀਂ, 40 ਦਿਨ ਗੁਰਦੁਆਰੇ ਜਾਣਾ, 40 ਦਿਨ ਪਾਠ ਕਰਾਂਗੇ, 40 ਦਿਨ ਸਿਮਰਨ ਕਰਾਂਗੇ। ਕਿਉਂ? ਅੰਦਰ ਕੋਈ ਮੰਗ ਹੈ ਸਾਡੇ, ਕੁਝ ਮੰਗਣਾ ਹੈ, ਕੁਝ ਮਿਲ ਜਾਵੇ। ਇਸ ਵਾਸਤੇ ਗੁਰਦੁਆਰੇ ਆਉਂਦੇ, ਇਸ ਵਾਸਤੇ ਪਾਠ ਕਰਦਾ ਪਿਆ। ਤੇ ਜਿਹੜਾ ਪਾਠ ਕਰਕੇ ਬਦਲੇ ਦੇ ਵਿੱਚ ਕੁਝ ਮੰਗਦਾ ਪਿਆ ਨਾ,
ਸਮਝ ਲੈਣਾ ਕਿ ਇਹ ਰੱਬ ਦੇ ਨਾਲ ਸੌਦਾ ਕਰਦਾ ਪਿਆ, ਬਿਜ਼ਨਸ ਕਰਦਾ ਪਿਆ ਹੈ। ਬਈ ਮੈਂ ਇਤਨੇ ਪਾਠ ਕਰਾਂਗਾ, ਤੂੰ ਮੈਨੂੰ ਇਹ ਚੀਜ਼ ਦੇ ਦੇਵੀਂ। ਤੇ ਜਦੋਂ ਉਹ ਵਸਤੂ ਮਿਲ ਜਾਂਦੀ ਹੈ ਨਾ, ਉਹ ਚੀਜ਼ ਮਿਲ ਜਾਂਦੀ ਹੈ, ਫਿਰ ਉਹਨਾਂ ਲੋਕਾਂ ਨੂੰ ਲੱਭਣਾ ਪੈਂਦਾ ਵੀ ਹੁਣ ਕਿੱਥੇ ਗਿਆ ਜਿਹੜਾ ਸਵੇਰੇ 4 ਵਜੇ ਗੁਰਦੁਆਰੇ ਆ ਜਾਂਦਾ ਸੀ, ਹੁਣ ਕਿੱਥੇ ਗਿਆ। ਤਾਂ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤ ਮਿਲ ਗਈ ਹੈ ਤਾਂ ਹੁਣ ਪਰਮਾਤਮਾ ਵਿਸਰ ਗਿਆ, ਹੁਣ ਗੁਰਦੁਆਰੇ ਆਉਣ ਦਾ ਕੋਈ ਮਤਲਬ ਹੀ ਨਹੀਂ ਹੈ। ਕਿਧਰੇ ਸਵਰਗ ਦੀ ਆਸ ਕਰਕੇ ਸਿਮਰਨ ਨਾ ਕਰੇ। ਔਰ ਕਬੀਰ ਸਾਹਿਬ ਕਹਿੰਦੇ ਨੇ ਕਿ ਕਿਧਰੇ ਨਰਕ ਕੋਲੋਂ ਡਰੀ ਵੀ ਨਾ। ਮੈਂ ਫਿਰ ਦੁਹਰਾ ਦੇਣਾ ਕਿ ਸਵਰਗ ਨਰਕ ਸੁੱਖ ਤੇ ਦੁੱਖ ਹੈ। ਆਪਣੇ ਆਪ ਨੂੰ ਤੁਸੀਂ ਦੇਖ ਲੈਣਾ, ਮੈਂ ਕਿਤਨਾ ਸਵਰਗ ਵਿੱਚ ਹਾਂ ਤੇ ਕਿਤਨਾ ਨਰਕ ਵਿੱਚ ਹਾਂ। ਜਿਤਨਾ ਕੋਈ ਸੁੱਖ ਵਿੱਚ ਹੈ ਉਤਨਾ ਸਵਰਗ ਵਿੱਚ ਹੈ, ਜਿਤਨਾ ਕੋਈ ਦੁੱਖ ਵਿੱਚ ਹੈ ਉਤਨਾ ਨਰਕ ਵਿੱਚ ਹੈ। ਭਗਤ ਕਬੀਰ ਸਾਹਿਬ ਇਸ ਪਾਵਨ ਸ਼ਬਦ ਦੇ ਵਿੱਚ ਬੜੀਆਂ ਡੂੰਘੀਆਂ ਵਿਚਾਰਾਂ ਸਾਡੇ ਸਾਹਮਣੇ ਰੱਖਦੇ ਪਏ ਨੇ। ਬਈ ਕਿਧਰੇ ਸਵਰਗ ਨਰਕ ਦੇ ਚੱਕਰਾਂ ਵਿੱਚ ਪੈ ਕੇ ਆਪਣੇ ਇਸ ਜੀਵਨ ਨੂੰ ਬਰਬਾਦ ਨਾ ਕਰ ਲਵੀਂ। ਚਲੋ ਮੰਨ ਲੈਂਦੇ ਹਾਂ ਜੇ ਸਵਰਗ ਹੋਵੇ ਵੀ ਸਹੀ ਤਾਂ ਪੁੰਨਾਂ ਦੇ ਆਧਾਰ ਤੇ ਸਵਰਗ ਵਿੱਚ ਵਾਸਾ ਮਿਲਦਾ ਹੈ। ਪੁੰਨ ਖਤਮ ਹੋ ਜਾਂਦੇ ਨੇ, ਫਿਰ ਚੁੱਕ ਕੇ ਬਾਹਰ ਕਰ ਦਿੰਦੇ ਨੇ ਉਹ। ਪਰ ਸਿੱਖ ਨੂੰ ਨਾ ਸਵਰਗ ਚਾਹੀਦਾ ਹੈ ਤੇ ਨਾ ਨਰਕ ਚਾਹੀਦਾ ਹੈ। ਸਿੱਖ ਨੂੰ ਕੀ ਚਾਹੀਦਾ ਹੈ? ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਿੱਖ ਨੂੰ ਚਾਹੀਦਾ ਹੈ ਸੱਚਖੰਡ। ਕਿਉਂ? ਸੱਚਖੰਡ ਦੇ ਵਿੱਚ ਨਿਰੰਕਾਰ ਦਾ ਵਾਸਾ ਹੈ। ਸੱਚਖੰਡ ਵਸੇ ਨਿਰੰਕਾਰ। ਅਸੀਂ ਸਵਰਗ ਨਰਕ ਦੇ ਵਿੱਚ ਨਹੀਂ ਪੈਣਾ। ਸਿੱਖ ਨੇ ਜਾਣਾ ਹੈ ਸੱਚਖੰਡ ਦੇ ਵਿੱਚ, ਜਿੱਥੇ ਨਿਰੰਕਾਰ ਦਾ ਵਾਸਾ। ਤੇ ਨਿਰੰਕਾਰ ਦੇ ਵਿੱਚ ਜਿਸ ਦਾ ਵਾਸਾ ਇੱਕ ਵਾਰੀ ਹੋ ਜਾਂਦਾ ਹੈ ਨਾ, ਫਿਰ ਉਹਨੂੰ ਕਦੀ ਵੀ ਨਿਰੰਕਾਰ ਪਰਮਾਤਮਾ ਤੋਂ ਦੂਰ ਨਹੀਂ ਕੀਤਾ ਜਾਂਦਾ ਹੈ। ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਈ। ਜੇ ਇੱਕ ਵਾਰੀ ਸੱਚਖੰਡ ਪ੍ਰਾਪਤ ਹੋ ਜਾਵੇ ਨਾ, ਫਿਰ ਉਹ ਕਦੀ ਸੱਚਖੰਡ ਤੋਂ ਬਾਹਰ ਨਹੀਂ ਆਉਂਦੇ ਹਨ। ਇਸ ਵਾਸਤੇ ਸਿੱਖ ਨੂੰ ਚਾਹੀਦਾ ਹੈ ਸੱਚਖੰਡ, ਸਵਰਗ ਨਰਕ ਨਹੀਂ ਚਾਹੀਦਾ ਹੈ। ਸਵਰਗ ਨਰਕ ਤੇ ਮੇ ਰਹੇ ਹੋ ਸੰਤਨ ਕੇ ਪ੍ਰਸਾਦ। ਭਗਤ ਕਬੀਰ ਸਾਹਿਬ ਕਹਿੰਦੇ ਨੇ ਮੈਂ ਕੀ ਕਰਨਾ ਹੈ ਸਵਰਗ ਨਰਕ ਨੂੰ। ਤੋ ਇਸ ਪਾਵਨ ਸ਼ਬਦ ਦੀਆਂ ਪਾਵਨ ਪੰਕਤੀਆਂ ਆਪ ਲੜੀਵਾਰ ਸਰਵਨ ਕਰੋ ਤੇ ਮੈਂ ਤੁਛ ਬੁੱਧੀ ਅਨੁਸਾਰ ਵਿਚਾਰ ਆਪ ਜੀ ਦੇ ਸਾਹਮਣੇ ਰੱਖ ਸਕਾਂ। ਇੱਕ ਵਾਰੀ ਪਿਆਰ ਨਾਲ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸੁਰਗ ਬਾਸ ਨਾ ਬਾਛੀਏ, ਡਰੀਏ ਨਾ ਨਰਕ ਨਿਵਾਸ। ਕਬੀਰ ਸਾਹਿਬ ਕਹਿੰਦੇ ਨੇ ਕਿ ਇੱਕ ਤਾਂ ਸਵਰਗ ਦੀ ਆਸ ਕਰਕੇ ਸਿਮਰਨ ਨਾ ਕਰੀ, ਦੂਸਰਾ ਸਿਮਰਨ ਕਰ ਤੇ ਨਰਕ ਕੋਲੋਂ ਤੂੰ ਡਰੀ ਨਾ। ਅੱਗੇ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਹੋਣਾ ਹੈ ਸੋ ਹੋਈ ਹੈ, ਮਨਹਿ ਨ ਕੀਜੇ ਆਸ। ਜੋ ਕੁਝ ਹੋਣਾ ਹੈ ਉਹ ਹੋ ਹੀ ਜਾਣਾ ਹੈ। ਤੇਰੇ ਕਰਨ ਦੇ ਨਾਲ ਕੁਝ ਨਹੀਂ ਹੋਣਾ। ਤੂੰ ਚਾਹੇ ਵੀ ਮੈਨੂੰ ਸਵਰਗ ਮਿਲ ਜਾਏ, ਨਹੀਂ ਮਿਲੇਗਾ। ਤੂੰ ਚਾਹੇ ਮੈਂ ਨਰਕ ਵਿੱਚ ਜਾਣਾ, ਨਹੀਂ ਜਾ ਸਕਦਾ। ਜੋ ਕੁਝ ਪਰਮਾਤਮਾ ਕਰਦਾ ਹੈ ਉਹੀ ਕੁਝ ਹੁੰਦਾ ਹੈ। ਬੰਦੇ ਦੀ ਆਪਣੀ ਇੱਛਾ ਪੂਰੀ ਨਹੀਂ ਹੁੰਦੀ, ਇੱਛਾ ਰੱਬ ਦੀ ਪੂਰੀ ਹੁੰਦੀ ਹੈ। ਸਾਡੀ ਇੱਛਾ ਪੂਰੀ ਨਹੀਂ ਹੁੰਦੀ ਹੈ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਏ। ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਇੱਛਾ ਪੂਰਕ ਸਰਬ ਸੁਖ ਦਾਤਾ ਹੈ। ਇੱਛਾ ਰੱਬ ਦੀ ਪੂਰੀ ਹੁੰਦੀ ਹੈ, ਮਨੁੱਖ ਦੀ ਇੱਛਾ ਕਦੀ ਪੂਰੀ ਨਹੀਂ ਹੁੰਦੀ। ਵੇਖੋ ਇੱਛਾ ਤਾਂ ਦੇਵਤਿਆਂ ਦੀ ਅਵਤਾਰਾਂ ਦੀ ਵੀ ਪੂਰੀ ਨਹੀਂ ਹੋਈ ਹੈ। ਇੱਛਾ ਤੇ ਗੁਰੂਆਂ ਦੀ ਵੀ ਪੂਰੀ ਨਹੀਂ ਹੋਈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਚਾਹੁੰਦੇ ਸਨ ਕਿ ਇਹ ਜਿਹੜੇ ਮੇਰੇ ਸਾਹਿਬਜ਼ਾਦੇ ਨੇ ਨਾ, ਇਹ ਜਿਸ ਤਰ੍ਹਾਂ ਮੈਂ ਇਹਨਾਂ ਨੂੰ ਚਲਾਉਣਾ ਚਾਹੁੰਦਾ, ਗੁਰਮਤਿ ਦੇ ਅਨੁਸਾਰ ਚੱਲਣ।
पर वो नहीं चलते सन, जवाब दे देंगे सन। महाराज जो भी बचन करते सन वो अगों जवाब दे दिया करते सन। ते जिहड़ा गुरु नूं जवाब दे देंदे ना वो गुरु दे दर ते प्रवान नहीं होंदा है। सलाम जवाब दोवें करे मुंडो पुੱਠਾ जाए। सलाम भी करे, जवाब भी देवे, मत्थे भी टेके, परिक्रमा भी करे, बाणी भी पढ़े, ਤੇ ਫਿਰ ਮਹਾਰਾਜ ਨੂੰ ਜਵਾਬ ਵੀ ਦੇ ਦੇਵੇ, ਸੱਚੇ ਪਾਤਸ਼ਾਹ ਜਿਹੜਾ ਤੇਰਾ ਹੁਕਮ ਹੈ ਨਾ ਤੂੰ ਆਪਣੇ ਕੋਲ ਹੀ ਰੱਖ ਇਹਨੂੰ, ਮੈਂ ਨਹੀਂ ਮੰਨਦਾ ਹਾਂ। ਵੇਖੋ ਜੇ ਅਸੀਂ ਹੁਕਮ ਮੰਨਿਆ ਹੁੰਦਾ ਨਾ ਗੁਰੂ ਪਾਤਸ਼ਾਹ ਜੀ ਦਾ ਤੇ ਸਾਨੂੰ ਸਟੇਜਾਂ ਤੋਂ ਕਹਿਣ ਦੀ ਲੋੜ ਨਹੀਂ ਸੀ ਪੈਣੀ ਵੀ ਅੰਮ੍ਰਿਤ ਛਕੋ, ਕੇਸਾ ਧਾਰੀ ਹੋਵੋ, ਨਿਤਨੇਮੀ ਬਣੋ, ਬਾਣੀ ਪੜ੍ਹੋ, 2 ਟਾਈਮ ਦਾ ਸਤ ਸੰਗਤ ਕਰੋ, ਸਿਮਰਨ ਕਰੋ, ਨਸ਼ਿਆਂ ਤੋਂ ਬਚਿਓ। ਸਾਨੂੰ ਕੀ ਲੋੜ ਸੀ ਫਿਰ ਕਹਿਣ ਦਾ ਜੇ ਸਾਰਿਆਂ ਨੇ ਹੁਕਮ ਮੰਨਿਆ ਹੁੰਦਾ ਤੇ। ਪਰ ਬੰਦਾ ਆਖਦਾ ਵੀ ਮੱਥਾ ਤੈਨੂੰ ਟੇਕਾਂਗੇ, ਪਰਿਕਰਮਾ ਤੇਰੀ ਕਰਾਂਗੇ, ਬਾਣੀ ਵੀ ਪੜਾਂਗੇ, ਪਰ ਜੇ ਤੂੰ ਆਖੇ ਵੀ ਕੇਸਾਂ ਦੀ ਬੇਅਦਬੀ ਨਾ ਕਰੋ ਤੇ ਅਸੀਂ ਨਾਈ ਦੀ ਦੁਕਾਨ ਤੇ ਜਾਣਾ ਹੀ ਜਾਣਾ ਹੈ। ਜੇ ਤੂੰ ਆਖੇ ਵੀ ਨਸ਼ੇ ਨਾ ਕਰੋ ਤੇ ਅਸੀਂ ਠੇਕਿਆਂ ਤੇ ਜਾਣਾ ਹੀ ਜਾਣਾ ਹੈ। ਤੂੰ ਆਖਣਾ ਅੰਮ੍ਰਿਤ ਵੇਲੇ ਉੱਠੋ, ਅਸੀਂ ਅੰਮ੍ਰਿਤ ਵੇਲੇ ਉੱਠਦੇ ਹੀ ਨਹੀਂ ਹਾਂ। ਇਹ ਜਵਾਬ ਦੇਣਾ ਹੀ ਹੈ ਨਾ। ਤੇ ਜਿਹੜਾ ਹੁਕਮ ਮੰਨ ਲੈਂਦਾ, ਵੇਖੋ ਬੜੀ ਕੀਮਤੀ ਪੰਕਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ, ਜਿਹੜਾ ਹੁਕਮ ਮੰਨਦਾ ਹੈ ਤਾਂ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ। ਜਿਹੜਾ ਆਪਣੇ ਗੁਰੂ ਦੀ ਗੱਲ ਨੂੰ ਮੰਨ ਲੈਂਦਾ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਇਤਨਾ ਮਹਾਨ ਹੋ ਜਾਂਦਾ ਹੈ ਕਿ ਉਹਦੀ ਗਤ, ਉਹਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਤੁਲਸੀਦਾਸ ਜੀ ਜਿਨ੍ਹਾਂ ਨੇ ਰਾਮਾਇਣ ਲਿਖੀ ਨਾ, ਤੁਲਸੀਦਾਸ ਜੀ, ਉਹ ਕਹਿੰਦੇ ਨੇ ਕਿ ਆਪਣੇ ਮਾਲਕ ਦੀ ਸਭ ਤੋਂ ਵੱਡੀ ਸੇਵਾ ਪਤਾ ਕੀ ਹੈ? ਆਗਿਆ ਸਮ ਨਹੀਂ ਸਾਹਿਬ ਸੇਵਾ। ਆਪਣੇ ਮਾਲਕ ਦੀ ਆਗਿਆ ਮੰਨਣ ਤੋਂ ਵੱਡੀ ਆਪਣੇ ਸਾਹਿਬ ਦੀ ਦੂਜੀ ਕੋਈ ਸੇਵਾ ਨਹੀਂ ਹੈ। ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਕਸਬੇ ਕਾ ਮਹਿਲ ਪਾਏ ਸੀ, ਖਸਮੇ ਭਾਵੇ ਸੋ ਕਰੇ ਮਨੋ ਚੰਦਿਆ, ਸੋ ਫਲ ਪਾਏ ਸੀ ਤਾਂ ਦਰਗਹਿ ਪੈਂਦਾ ਜਾਏ ਸੀ। ਕਬੀਰ ਸਾਹਿਬ ਕਹਿੰਦੇ ਨੇ ਜੋ ਹੋਣਾ ਹੈ, ਜੋ ਪਰਮਾਤਮਾ ਨੇ ਕਰਨਾ ਉਹੀ ਹੁੰਦਾ ਹੈ, ਤੂੰ ਇਹ ਚਿੰਤਾ ਛੋੜ ਦੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜੋ ਹੁੰਦਾ ਉਹ ਹੁੰਦਾ, ਜੋ ਨਹੀਂ ਹੁੰਦਾ ਉਹ ਨਹੀਂ ਹੁੰਦਾ। ਤਾਂ ਫਿਰ ਚਿੰਤਾ ਕਿਹੜੀ ਗੱਲ ਦੀ ਹੈ? ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਮਹਾਰਾਜ ਕਹਿੰਦੇ ਨੇ ਚਿੰਤਾ ਤੇ ਉਸ ਗੱਲ ਦੀ ਕਰੋ ਜੋ ਅਨਹੋਣੀ ਹੁੰਦੀ ਹੋਵੇ, ਜੋ ਹੁੰਦਾ ਉਹੀ ਹੁੰਦਾ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਤੂੰ ਆਪਣਾ ਧਿਆਨ ਪਰਮੇਸ਼ਰ ਵੱਲ ਲਾ, ਸਿਮਰਨ ਕਰ, ਬੰਦਗੀ ਕਰ, ਜੋ ਹੋਣਾ ਉਹ ਹੋ ਹੀ ਜਾਣਾ ਹੈ, ਤੇਰੇ ਕੀਤਿਆਂ ਕੁਛ ਨਹੀਂ ਹੋਣਾ ਹੈ। ਅੱਗੇ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਫਿਰ ਕਰਨਾ ਕੀ ਹੈ। ਕਬੀਰ ਜੀ ਕਹਿੰਦੇ ਨੇ ਰਮਈਆ ਗੁਣ ਗਾਈਏ, ਰਮਈਆ ਰਾਮ ਦੇ ਗੁਣ ਗਾਇਨ ਕਰ। ਰਾਮ ਕਿਹੜਾ? ਦਸ਼ਰਥ ਪੁੱਤਰ ਰਾਮ ਦਾ ਜ਼ਿਕਰ ਨਹੀਂ ਹੈ ਇੱਥੇ। ਵੇਖੋ ਉਹ ਵੀ ਸਤਿਕਾਰਯੋਗ ਨੇ, ਦਸ਼ਰਥ ਦੇ ਪੁੱਤਰ ਨੇ, ਸਮੇਂ ਦੇ ਅਵਤਾਰ ਨੇ, ਪਰ ਇੱਥੇ ਜੋ ਰਮਿਆ ਹੋਇਆ ਰਾਮ ਹੈ, ਰਮਤੇ ਇਤੀ ਰਾਮਹ, ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਉਸ ਰਾਮ ਦੀ ਇੱਥੇ ਗੱਲ ਕੀਤੀ ਹੈ। एक राम दशरथ का बेटा, एक राम कट कट में लेटा, एक राम का सगल पसारा, एक राम सबहू ते न्यारा। वो जिहड़ा सारियां तो न्यारा राम है ना, जो आद तो लैके अज तक ते अज तो लैके अंत तक सारियां दे विच जिहड़ा राम रमिया होया ना, कबीर साहब कहंदे ने बंदिया तू उस रमे होए राम दे गुण गायन कर। रमते इति रामा, जो रमिया होया। सानू परमात्मा ने जुबान दिती है, किस वास्ते दिती है?
ये कोई व्यर्थ दियां गल्लां करन वास्ते नहीं दिती, ये कोई चुगलियां करन वास्ते, गालां कड्ढण वास्ते जां मंदे बोल बोलण वास्ते नहीं दिती है। किसी नूं फिक्का बोलण वास्ते नहीं दिती, व्यर्थ बोलण वास्ते नहीं दिती है। जुबान दिती है परमात्मा ने सिमरन करन वास्ते। गुरु नानक साहब सच्चे पातशाह जी दी जिस दिन अकाल पुरख वाहिगुरु दे नाल लिव जुड़ गई ना, तो निरंकार ने आख्या भी नानक मंग तैनू की चाहिदा है। गुरु नानक सच्चे पातशाह कहंदे ने महाराज जे तुठे हो ना, एक दात मेरी झोली दे विच पा दिओ। पुछया परमात्मा ने नानक की चाहिदा है, जो तू मंगेगा तैनू मिलेगा। गुरु नानक सच्चे पातशाह जी कहते ने एक चीज़ मैनू दे दिओ कि एक दूजी पौ लख होए, लख होवे लख 20। मैनू जिहड़ी एक जुबान दिती है ना, एक जुबान दी 1 लख जुबान कर दिओ, 1 लख दियां 20 लख कर दिओ। ते परमात्मा ने पुछया भी इतनियां जुबानां नाल की करोगे? महाराज कहते ने लख लख गेड़ा आखिए एक नाम जगदीश। एक एक जुबान दे नाल एक एक लख वारी हे परमात्मा मैं तेरे गुण गायन करांगा। मैं असी तां एक जुबान नाल नहीं करते हाँ। श्री गुरु गोबिंद सिंह महाराज सच्चे पातशाह जी दे अनिन्न भगत सन भाई साहब भाई नंद लाल जी। एक दिन गुरु गोबिंद सिंह महाराज ने बड़ी खुशी दे विच आके ना, ते महाराज ने आख्या नंद लाल साडा जी करदा पिया कि तू कुछ मंग लै अज। भाई नंद लाल जी कहंदे ने महाराज जदों तुहाडे चरनां विच मैं आया ना, उस वक्त ते मेरे अंदर बड़ियां मंगां सन। मेरा दिल करदा सी कि किधरे गुरु तुठे तो मैं धन मंग लवां, जमीन जायदाद मंग लवां, मान सत्कार मंग लवां, ज्ञान मंग लवां। महाराज बड़ियां ही मंगां उठदियां सन मेरे अंदरों। पर जदों तुहाडे दर्शन कीते न, हुण कुछ मंगण ते जी नहीं करदा मेरा, मेरा दिल ही नहीं करदा मैं कुछ मंग लवां। वेखो जिन्हों गुरु गोबिंद सिंह महाराज दे दर्शन हो जाण, उन्होंने कुछ होर मंगण की लोड़ पै सकती है। बाणी कहती है प्रभ देख दिया दुख भुख गई ढाडी को मंगण चित ना आवे। जिन्हों रब का दर्शन हो जावे उन्होंने कुछ मंगण की लोड़ नहीं रह जाती। साच नाम आधार मेरा जिन भुखा सब गवाईया। जिन्हों रब मिल जाए उन्होंने होर की चाहिए। फिर एक विद्वान कहता है कि सब कुछ खुदा से मांग लिया, खुदा को मांग कर उठते नहीं है हाथ मेरे इस दुआ के बाद। कहता है जदों रब कोलों रब नूं ही मंग लिया तो फिर कुछ होर मंगण की लोड़ ही नहीं रह गई है। असी रब कोलों सब कुछ मंगते हैं, एक रब नूं नहीं मंगते असी। बस साडे विच ये कमी है, और कोई कमी नहीं है। भाई नंद लाल जी ने वैसे तो बहुत सारिया मंगां मंगियां ने, पर क्योंकि समा हो जाना है आपां शब्द मुकम्मल करना है। एक पंक्ति उन्हां दी गज़ल विचों मैं तुहाडे सामने रखनी है बस। महाराज जी कहंदे ने नहीं नंद लाल कुछ ते मंगना। ते भाई साहब ने फिर सीस अपना गुरु गोबिंद सिंह महाराज के चरनां ते रखिया। आख्या पातशाह जे तुठे हो ना कि एक दात मेरी झोली दे विच पा दिओ कि हर सरे मूयम जुबां कुल अज करम तां बुगोए दुहस बहकरा दम बादम। भाई साहब कहंदे ने जे तुठे हो ना ते मेरे शरीर दे उत्ते जितने रोम ने, रोम केसां नूं आखदे, जितने केस ने इन्हां सारे केसां दे उत्ते एक एक जुबान ला दिओ। विद्वानां दे एक अंदाजे दे मुताबिक एक शरीर दे नाल 7 करोड़ रोम होंदे ने एक शरीर दे नाल। ते भाई साहब कहंदे ने जितनियां इस शरीर दे नाल रोम ने ना उतनियां जुबानां ला दिओ। ते महाराज जड़ बड़े मुस्कुराए कहन लगे नंद लाल
इतनियां जुबानां दे नाल तू की करना है। ते भाई साहब जी दे अखां दे विच हंझू, कहन लगे महाराज हर सरे मूयम जुबां कुल अज करम, तां भगोए दुहस बहकरा दम बा दम। ਸਵਾਸਾਂ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ, हे ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਇਹਨਾਂ 7 ਕਰੋੜ ਜ਼ੁਬਾਨਾਂ ਦੇ ਨਾਲ ਤੇਰੇ ਨਾਮ ਦਾ ਸਿਮਰਨ ਕਰਾਂਗਾ, ਤੇਰੇ ਗੁਣ ਗਾਇਨ ਕਰਾਂਗਾ। ਮੈਂ 7 ਕਰੋੜ ਜ਼ੁਬਾਨਾਂ ਨਾਲ, ਅਸੀਂ ਤਾਂ ਇੱਕ ਜ਼ੁਬਾਨ ਨਾਲ ਵੀ ਨਹੀਂ ਕਰਦੇ ਹਨ। ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਜਿਹੜਾ ਗੁਣ ਗਾਇਨ ਨਹੀਂ ਨਾ ਕਰਦਾ ਉਸ ਪ੍ਰਭੂ ਪਰਮਾਤਮਾ ਦੇ, वो बंदा ही नहीं है। बंदे बंदगी इख्तियार साहिब रोस तरो के प्यार। बंदा है तो फिर बंदगी कर। भगत कबीर साहब जी बख्शिश कर रहे हैं कि तैनू मनुखा जन्म की प्राप्ति हुई है ना, तू उस परिपूर्ण परमात्मा का सिमरन कर, उहदे गुण गायन कर, ते फिर प्राप्ति की होवेगी। कबीर साहब कहते हैं जाते पाइए परम निधान, सिमरन की बरकत के नाल परमेश्वर तेरे उत्ते तुठेगा, प्रसन्न होवेगा, और तैनू उस परम निधान जो सब तो उत्तम खजाना है, उस खजाने की तैनू प्राप्ति होनी है। अगे रहाओ बख्शिश करते हैं। रहाओ के अर्थ ने विश्राम, ठहर जाना, रुक जाना। वेखो जे रहाओ के अर्थ करते जाइए ना, तो रहाओ के अर्थ ने ठहर जाना, तो परमात्मा जो है वो भी ठहरिया होया, रुकिया होया। असी चंचल हाँ, चल रहे हाँ, परमात्मा ठहरिया होया है, रुकिया होया है, अचल है, जो चलता नहीं है। जे उस अचल की प्राप्ति करनी है ना, तो अपने जीवन दे विच बंदिया इस रहाओ नूं अंदर प्रवेश करवा लै। टिक जा एक जगह दे उत्ते, दुनियावी पदार्थ मिलते ने भज दौड़ करके, रब मिलेगा तैनू एक जगह ते टिक के। तो रहाओ तो बाद बख्शिश करते हैं, क्या जप क्या तप संजमो, क्या व्रत क्या इशनान, जब लग जुगत न जानिए, भाओ भगत भगवान। कबीर साहब जी कहते हैं कि लोकी की जप कर रहे हैं, तप कर रहे हैं, तीर्थां ते जाके इशनान करते पे ने, व्रत रखते पे ने, रोजे रखते पे ने। कल ही शाम नूं आपां कथा सरवण कर रहे सन, सिंह साहब जी कथा सुना रहे सन बई जन्म ते साडा सिੱਖਾਂ ਦੇ घरां दा ते कर्म जिहड़े ने वो सारे असीं बाहर दे कर रहे हाँ। वेखो महाराज ने सानू जिन्ना जिन्ना कम्मां तो रोकिया ना, मैं कई बारी बेनती करता होना कि जिहड़े जिहड़े काम तो महाराज ने सानू रोकिया, असी वो सारे काम करी जाने। तुसी वेखो थोड़े दिन बाद हुणे सराध आ जाने ने, ते सराध करन तो महाराज कहंदे ने कि इहदा कोई फायदा नहीं है। सराध करन दा कोई फायदा नहीं है। जीवत पितर न माने को, मुए सराध कराही, पितर भी बपड़े कह क्यों पावे, कौआ कूकर खाही। सराध कराउंदे ने ते पंडितां ने चाल देखो चली भी, तुहाडे पितरां कोल भोजन पहुंचेगा, ते पहुंचना किवें, कुत्तियां नूं खवा दिओ ते कावां नूं खवा दिओ। पंछियां दे विच सब तो निखिद्ध मन्निया गया कां नूं, ते कां नूं खीर पूड़ी खवाओगे तो पहुँचेगा तुहाडे बजुर्गां तक, पितरां तक। बाकी पंछी मर गए ने बेचारे। कां ते हर वक्त अपने मूँह विच गंदगी रखता है कि क्या उहदे राही साडे पितरां तक कुछ पहुँच सकता है। पहली गल तो पहुँचता कुछ भी नहीं है। इत्थे महाराज कहंदे ने अगली किच खबर ना पाई, अगों दी ते साडे कोल खबर ही नहीं कि साडा जिहड़ा पितर सी जां रिश्तेदार सी वो गया कित्थे। पर हैरानगी होंदी है कि श्राद्ध करन तो गुरु साहब मना करते ने। गुरुद्वारियां दे विच अरदासां होंदियां पईआं ने श्राद्धां दीआं। कुछ साडे लोग भी नहीं जानते, वो लालच बस हो के अरदासां करी जांदे ने। गुरुद्वारे लंगर होंदे पे ने श्राद्ध दे। अज की है साडे पितरां दा श्राद्ध है जी,
ਜਿਹੜੇ ਜਿਹੜੇ ਕੰਮ ਤੋਂ ਸਾਨੂੰ ਮਨਾ ਕੀਤਾ, ਵਰਤ ਰੱਖਦਿਆਂ ਹੁਣੇ ਦੇਖਿਆ ਜੇ ਥੋੜੇ ਦਿਨ ਬਾਅਦ ਕਰਵਾ ਚੌਥ ਦਾ ਵਰਤ ਆ ਜਾਣਾ, ਤੇ ਜਿਤਨਾ ਮਰਜ਼ੀ ਹੈ ਸਾਡੀ ਬੀਬੀਆਂ ਨੂੰ ਅਸੀਂ ਗਿਆਨ ਦੇ ਕੇ ਸਮਝਾ ਲਈਏ, ਮਜਾਲੇ ਟਸ ਤੋਂ ਮਸ ਹੋ ਜਾਣਾ। ਮੈਂ ਤੇ ਐਸੀਆਂ ਵੀ ਦੇਖੀਆਂ ਨੇ ਗਾਤਰੇ ਪਾਏ ਹੋਏ ਨੇ, 5 ਬਾਣੀਆਂ ਦਾ ਨਿਤਨੇਮ ਕਰਦੀਆਂ ਨੇ, ਪਰ ਕਰਵਾ ਚੌਥ ਦਾ ਵਰਤ ਨਹੀਂ ਛੋੜਨਾ ਹੈ। ਚਲੋ ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਤੁਹਾਨੂੰ ਸਰਵਨ ਕਰਾ ਦਿੰਦੇ ਹਾਂ ਤੇ ਆਪਾਂ ਫਿਰ ਅੱਗੇ ਚੱਲਦੇ ਹਾਂ। ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਕਬੀਰ ਹਰਿ ਕਾ ਸਿਮਰਨ ਛਾੜ ਕੇ ਅਹੋਈ ਰਾਖੇ ਨਾਰ, ਗਦਹੀ ਹੋਏ ਕੇ ਅਵਤਰੇ ਭਾਰ ਸਹੇ ਮਨ ਚਾਰ। ਜਿਹੜੀ ਇਸਤਰੀ ਪਰਮਾਤਮਾ ਦਾ ਸਿਮਰਨ ਛੋੜ ਕੇ ਵਰਤ ਕਰਦੀ ਪਈ ਹੈ, ਰੋਜੇ ਰੱਖਦੀ ਪਈ ਹੈ, ਕਬੀਰ ਸਾਹਿਬ ਦੀ ਮੈਂ ਸ਼ਬਦ ਦੀ ਵਿਆਖਿਆ ਕਰਦਾ ਪਿਆ, ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿਣਾ। ਕਹਿੰਦੇ ਨੇ ਉਹਦਾ ਅਗਲਾ ਜਨਮ ਜਿਹੜਾ ਹੈ ਨਾ ਉਹ ਗਦੀ ਦਾ ਹੋਏਗਾ ਤੇ 4 ਮਣ ਭਾਰ ਉਹਦੇ ਉੱਤੇ ਲੱਦਿਆ ਜਾਣਾ ਵਰਤ ਕਰਨ ਵਾਲੇ। ਪਰ ਸਾਡੇ ਲੋਕ ਫਿਰ ਵੀ ਕਿੱਥੇ ਮੁੜਦੇ ਹਨ, ਤੀਰਥਾਂ ਤੇ ਜਾਂਦੇ ਨੇ। ਚਲੋ ਸਮਾਂ ਹੋ ਚੱਲਿਆ ਵੇ, ਸਿੰਘ ਸਾਹਿਬ ਜੀ ਵੀ ਆ ਗਏ ਨੇ। ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਕੋਈ ਵੀ ਧਾਰਮਿਕ ਕਰਮ ਕਰ ਲਓ, ਭਾਵੇਂ ਤੀਰਥਾਂ ਤੇ ਜਾਓ, ਵਰਤ ਰੱਖ ਲਓ, ਰੋਜੇ ਰੱਖ ਲਓ, ਦਾਨ ਕਰੋ, ਸੇਵਾ ਕਰੋ, ਸਿਮਰਨ ਕਰੋ, ਜਾਂ ਮੈਂ ਇਸ ਤੋਂ ਵੀ ਨੇੜੇ ਆ ਜਾਵਾਂ ਤੇ ਕਥਾ ਕਰੋ, ਕੀਰਤਨ ਕਰੋ, ਜਿਹੜਾ ਮਰਜ਼ੀ ਇਹ ਧਾਰਮਿਕ ਕਰਮ ਕੋਈ ਕਰ ਲਵੇ, ਕਬੀਰ ਸਾਹਿਬ ਕਹਿੰਦੇ ਨੇ ਜਿੱਥੋਂ ਤੱਕ ਉਸ ਨੂੰ ਜੁਗਤ ਦੀ ਪ੍ਰਾਪਤੀ ਨਹੀਂ ਨਾ, ਜੁਗਤ ਕਿਹੜੀ ਹੈ? ਭਾਉ ਭਗਤ ਭਾਉ ਕਹਿੰਦੇ ਨੇ ਪ੍ਰੇਮ ਨੂੰ। ਜਿੱਥੋਂ ਤੱਕ ਪ੍ਰੇਮ ਦੀ ਜੁਗਤ ਨੂੰ ਬੰਦੇ ਨੇ ਨਹੀਂ ਨਾ ਸਮਝਿਆ, ਉਹਦਾ ਜਿਤਨਾ ਕੀਤਾ ਹੋਇਆ ਜਪ ਤਪ ਧਾਰਮਿਕ ਕਰਮ ਜੋ ਕੁਝ ਵੀ ਹੈ, ਕਬੀਰ ਸਾਹਿਬ ਕਹਿੰਦੇ ਨੇ ਸਭ ਵਿਅਰਥ ਜਾਣਾ ਹੈ, ਇਹ ਸਭ ਵਿਅਰਥ ਜਾਏਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਸਥਾਨ ਤੇ ਬੈਠੇ ਹਾਂ, ਆਪਾਂ ਹਾਜ਼ਰੀਆਂ ਭਰ ਰਹੇ ਹਾਂ। ਆਪ ਦੇਖੋ ਮਹਾਰਾਜ ਨੇ ਇੱਕ ਪੰਕਤੀ ਦੇ ਵਿੱਚ ਦੱਸਿਆ ਕਿ ਰੱਬ ਨੂੰ ਕਿਵੇਂ ਪ੍ਰਾਪਤ ਕਰਨਾ ਹੈ। ਇੱਕ ਪੰਕਤੀ ਦੇ ਵਿੱਚ ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਸਨੇ ਪ੍ਰੇਮ ਕੀਤਾ, ਮਹਾਰਾਜ ਕਹਿੰਦੇ ਨੇ ਉਹਨੇ ਰੱਬ ਦੀ ਪ੍ਰਾਪਤੀ ਕਰ ਲਈ ਹੈ। ਹੁਣ ਮਹਾਰਾਜ ਨੇ ਇਹ ਨਹੀਂ ਆਖਿਆ ਵੀ ਇਤਨਾ ਸਿਮਰਨ ਕਰੇ ਤਾਂ ਰੱਬ ਮਿਲਦਾ ਹੈ, ਇਤਨੀ ਕਥਾ ਕਰੇ ਤਾਂ ਰੱਬ ਮਿਲਦਾ ਹੈ, ਇਤਨਾ ਕੀਰਤਨ ਕਰੇ ਤਾਂ ਰੱਬ ਮਿਲਦਾ ਹੈ, ਇਤਨਾ ਦਾਨ ਕਰੇ ਤਾਂ ਰੱਬ ਮਿਲਦਾ ਹੈ, ਇਤਨੀ ਸੇਵਾ ਕਰੇ ਤਾਂ ਰੱਬ ਮਿਲਦਾ ਹੈ, ਇਤਨੇ ਤੀਰਥਾਂ ਦੇ ਉੱਤੇ ਇਸ਼ਨਾਨ ਕਰੇ ਤਾਂ ਰੱਬ ਮਿਲਦਾ ਹੈ, ਇਤਨੇ ਵਰਤ ਕਰੇ ਤਾਂ ਰੱਬ ਮਿਲਦਾ ਹੈ। ਮਹਾਰਾਜ ਕਹਿੰਦੇ ਨੇ ਧਾਰਮਿਕ ਕਰਮ ਭਾਵੇਂ ਕੋਈ ਵੀ ਕਰੇ, ਪਰ ਜੇ ਅੰਦਰ ਪ੍ਰੇਮ ਨਹੀਂ ਹੈ ਨਾ, ਤਾਂ ਮਹਾਰਾਜ ਕਹਿੰਦੇ ਨੇ ਸਭ ਬੇਕਾਰ ਹਨ। ਫਿਰ ਰੱਬ ਨਹੀਂ ਮਿਲ ਸਕਦਾ। ਹੋ ਸਕਦਾ ਹੈ ਦੁਨਿਆਵੀ ਪਦਾਰਥ ਮਿਲ ਜਾਣ, ਦੁਨੀਆ ਦੇ ਸੁੱਖ ਤੈਨੂੰ ਮਿਲ ਜਾਣ, ਪਰ ਜੇ ਰੱਬ ਦੀ ਪ੍ਰਾਪਤੀ ਕਰਨੀ ਹੈ ਤਾਂ ਮਹਾਰਾਜ ਕਹਿੰਦੇ ਨੇ ਇੱਕੋ ਹੀ ਚੀਜ਼ ਹੈ, ਬਸ ਪ੍ਰੇਮ। ਔਰ ਮਹਾਰਾਜ ਨੇ ਇਹ ਵੀ ਆਖਿਆ ਕਿ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਰੱਬ ਪਰਮਾਤਮਾ ਚਾਰੋਂ ਦਿਸ਼ਾਵਾਂ ਦੇ ਵਿੱਚ ਪ੍ਰੇਮ ਦੀ ਮੂਰਤ ਬਣ ਕੇ ਤੇ ਫੈਲਿਆ ਹੋਇਆ ਹੈ, ਤੇ ਪ੍ਰੇਮ ਨੂੰ ਪ੍ਰੇਮ ਦੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਇੱਕ ਜੁਗਤ ਹੈ ਉਸ ਰੱਬ ਦੀ ਪ੍ਰਾਪਤੀ ਦੀ, ਉਹ ਕੀ ਹੈ? ਭਾਉ ਭਗਤ, ਪ੍ਰੇਮ, ਪ੍ਰੇਮਾ ਭਗਤੀ ਜਿਸ ਦੀ ਸਮਝ ਦੇ ਵਿੱਚ ਆ ਜਾਂਦੀ ਹੈ ਨਾ, ਤਾਂ ਭਗਤ ਕਬੀਰ ਸਾਹਿਬ ਕਹਿੰਦੇ ਨੇ ਉਹ ਪਰਮਾਤਮਾ ਤੱਕ ਪਹੁੰਚ ਸਕਦਾ ਹੈ। ਸੰਪੇ ਦੇਖ ਨਾ ਹਰ ਕੀਏ, ਵਿਪਤ ਦੇਖ ਨਾ ਰੋਏ। ਜਦੋਂ ਕੁਝ ਧਨ ਪ੍ਰਾਪਤ ਹੋ ਜਾਵੇ, ਸੁੱਖ ਪ੍ਰਾਪਤ ਹੋ ਜਾਣ, ਤਾਂ ਕਬੀਰ ਸਾਹਿਬ ਕਹਿੰਦੇ ਨੇ ਫਿਰ ਹਰਖ ਨਹੀਂ ਕਰਨਾ ਚਾਹੀਦਾ, ਖੁਸ਼ੀ ਨਹੀਂ ਮਨਾਉਣੀ ਚਾਹੀਦੀ, ਹੰਕਾਰ ਨਹੀਂ ਕਰਨਾ ਚਾਹੀਦਾ। ਤੇ ਜੇ ਕੋਈ ਵਿਪਤ ਆ ਜਾਏ, ਕੋਈ ਵਿਪਤਾ ਪੈ ਜਾਏ, ਕੋਈ ਦੁੱਖ ਪ੍ਰਾਪਤ ਹੋ ਜਾਏ, ਤੇ ਰੋਣਾ ਵੀ ਨਹੀਂ ਚਾਹੀਦਾ ਹੈ। ਕਿਉਂ? ਇਹ ਤੇ ਸੁੱਖ ਦੁੱਖ ਦੋਇ ਦਰ ਕੱਪੜੇ ਪਹਿਰੇ ਜਾਏ ਮਨੁੱਖ। ਸੁੱਖ ਤੇ ਦੁੱਖ ਸਾਡੇ ਦੋ ਬਸਤਰ ਨੇ। ਜਿਵੇਂ ਇੱਕ ਕੱਪੜਾ ਲਾ ਦਿੰਦੇ ਹਾਂ, ਦੂਜਾ ਪਾ ਲੈਂਦੇ ਹਾਂ, ਕਦੀ ਸੁੱਖ ਮਿਲ ਗਿਆ, ਕਦੀ ਦੁੱਖ ਮਿਲ ਗਿਆ। ਰੱਬ ਨੇ ਸੰਸਾਰ ਬਣਾਇਆ ਦੋ ਰੰਗੀ, ਅਗਰ ਰਾਤ ਹੈ ਤਾਂ ਫਿਰ ਦਿਨ ਵੀ ਹੈ। ਹੁਣ ਕੋਈ ਆਖੇ ਵੀ ਦਿਨ ਹੀ ਦਿਨ ਰਹਿਣਾ ਚਾਹੀਦਾ ਹੈ, ਤੇ ਹੋ ਨਹੀਂ ਸਕਦਾ। ਕਦੀ ਰਾਤ ਵੀ ਆਏਗੀ,
कोई आके सुख ही सुख रहे, ये तो कभी हो नहीं सकता, दुख भी आउणगे। वेखो किश्ती नूं चलाउण वास्ते दो चप्पू चाहिए ने, एक चप्पू दे नाल कदी भी कश्ती नहीं चलती है। दोनों पासियों असी चप्पू मारांगे फिर कश्ती सीधी जाती है तो अगे वधदी है। कबीर साहब कहते ने जे कुछ प्राप्त हो जाए तो हरख ना करी, जे कुछ दुख आ जाए तो सोग ना करी। अगे कबीर साहब कहते ने ज्यों संपे त्यों विपत है, विद ने रचिया सो होए। ये परमात्मा ने परिपूर्ण परमात्मा करता पुरख ने जैसी विद बनाई है उस तरह का ही संसार दे विच हो जाता है। कहे कबीर अब जानिया संतन हृदय मझार। कबीर साहब कहते हैं कि मैनू समझ आ गई है कि रब ना स्वर्ग दे विच है ते ना नरक दे विच है, ते रब कित्थे है? संतां दे हिरदे दे विच रब वसदा है। गुरु नानक सच्चे पातशाह ने भी कहा सी जे मैनू लभना है ना ते सत संगत दे विच लभो। बाबा मड़ी ना गोड़ गुरु अंगद के ही ये माहे, उन सत संगत और निस दिन बसबो मैं करूं। जे रब नू लभना है, गुरु नानक पातशाह नू लभना है ते सत संगत दे विचों, संतां दी संगत दे विचों लभो, क्योंकि रब संतां दे हिरदे दे विच वसदा है। सेवक सो सेवा भले जै कट बसे मुरार। सेवा कीती हुई उसे दी ही सफल समझ लेना जिहदे हिरदे दे विच रब वसदा है। ते रब की है? प्रेम स्वरूप है। सानू किवें पता लगेगा कि इस संत कोल रब है? गुरु अर्जन देव जी महाराज कहते ने साध के संग नहीं कछ काल, दर्शन पेटत होत निहाल। जिहदे दर्शन कीतियां, जिहदे कोल बैठिया ही मन नूं आनंद की प्राप्ति हो जाए ना, समझ लेना कि इहदे हिरदे दे विच रब वसदा पिया है। शब्द दी विचार साडे हिरदे दे विच वसे। बाणी पढ़दियां विचारां करदियां अनेकां ही प्रकार दीयां भुल्लां हो जांदियां ने। संगत गुरु बख्शण योग है, बख्श लेना। बहुत बहुत धन्यवाद सिंह साहब जी का और इत्थों के ग्रंथी साहिबाना का, जिन्हां ने मेरे वर्गे निमाणे नूं अपने चरनां दे विच, गुरु साहब के चरनां विच बैठ के विचार करन दा सुभाग बख्शिश कीता है। बड़ा मेरे मन विच चाह सी, पता नहीं इत्थे समा मिलेगा या नहीं मिलेगा। गुरु गोबिंद सिंह महाराज ने कृपा की तो बड़े ही सौखे ढंग नाल मैनू तुहाडे चरण परसन का सुभाग प्राप्त होया है। सतगुरु सारिਆਂ ते कृपा करन, भुल्लां चुकां दी क्षमा। सारिਆਂ दा धन्यवाद। वाहिगुरु जी का खालसा, वाहिगुरु जी की फतेह।